ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਾਈਡੈਂਸ ਗੁਰੂ ਐਨਕੇ ਦੇ ਅਫੀਸ਼ੀਅਲ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜੀ। ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਅਸਾਮੀਆਂ ਦੀ ਜਿਨ੍ਹਾਂ ਨੂੰ ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ। ਜੀ ਹਾਂ, ਚੰਡੀਗੜ੍ਹ ਪੁਲਿਸ ਵਿਭਾਗ ਵੱਲੋਂ ਕਾਂਸਟੇਬਲ ਐਗਜ਼ੈਕਟਿਵ ਦੀਆਂ ਕੁੱਲ 700 ਅਸਾਮੀਆਂ ਨੂੰ ਭਰਨ ਦੇ ਲਈ ਰਿਕਰੂਟਮੈਂਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਅੱਜ ਅਸੀਂ ਉਸ ਰਿਕਰੂਟਮੈਂਟ ਨੋਟਿਸ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਡੇਟ ਆਫ ਪਬਲੀਕੇਸ਼ਨ ਆਫ ਐਡਵਰਟਾਈਜ਼ਮੈਂਟ ਹੈ ਜੀ 20 ਮਈ 2023 ਔਰ ਇਸ ਦੇ ਨਾਲ ਹੀ ਹੈ ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ ਦੇ ਲਈ ਜੋ ਓਪਨਿੰਗ ਤਰੀਕ ਹੈ, ਓਪਨਿੰਗ ਮਿਤੀ ਹੈ, ਉਹ ਹੈ ਜੀ 27/5/2023। ਭਾਵ ਕਿ ਤੁਸੀਂ 27/5/2023 ਤੋਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹੋ। ਇਸ ਦੇ ਨਾਲ ਜੋ ਕਲੋਜ਼ਿੰਗ ਡੇਟ ਹੈ ਜੀ ਸਬਮਿਸ਼ਨ ਆਫ ਆਨਲਾਈਨ ਐਪਲੀਕੇਸ਼ਨ ਦੇ ਲਈ, ਉਹ ਹੈ ਜੀ 17 ਜੂਨ 2023। ਤਾਂ ਤੁਸੀਂ 17 ਜੂਨ 2023 ਰਾਤ ਦੇ 11:59 ਤੱਕ ਤੁਸੀਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹੋ। ਟੈਂਟੇਟਿਵ ਡੇਟ ਆਫ ਰਿਟਨ ਐਗਜ਼ਾਮ, ਤਾਂ ਇਹਨਾਂ ਅਸਾਮੀਆਂ ਦੇ ਲਈ ਜੋ ਲਿਖਤੀ ਪ੍ਰੀਖਿਆ ਹੋਣੀ ਹੈ ਉਸ ਦੀ ਸੰਭਾਵਿਤ ਮਿਤੀ ਹੈ ਉਹ ਹੈ ਜੀ 23 ਜੁਲਾਈ 2023। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਇਨਵੀਟੇਸ਼ਨ ਆਫ ਐਪਲੀਕੇਸ਼ਨਸ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰਨਾ ਹੈ। ਤਾਂ ਇਸ ਦੇ ਵਿੱਚ ਬਿਲਕੁਲ ਸਪਸ਼ਟ ਤੌਰ 'ਤੇ ਲਿਖਿਆ ਹੈ ਕਿ ਇੱਕ ਸਾਨੂੰ ਵੈਬਸਾਈਟ ਪ੍ਰੋਵਾਈਡ ਕੀਤੀ ਗਈ ਹੈ chandigarhpolice.gov.in। ਇਸ ਵੈਬਸਾਈਟ ਦੇ ਉੱਤੇ ਤੁਸੀਂ ਵਿਜ਼ਿਟ ਕਰਨਾ ਹੈ ਔਰ 27 ਮਈ 2023 ਤੋਂ ਲੈ ਕੇ 17 ਜੂਨ 2023 ਤੱਕ ਤੁਸੀਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹੋ। ਡਿਟੇਲ ਆਫ ਪੋਸਟ ਦੀ ਗੱਲ ਕਰਦੇ ਹਾਂ ਕਿ ਕਿੰਨੀਆਂ ਅਸਾਮੀਆਂ ਹਨ ਅਲੱਗ-ਅਲੱਗ ਕੈਟੇਗਰੀਜ਼ ਦੇ ਲਈ। ਤਾਂ ਅਨਰਿਜ਼ਰਵਡ ਭਾਵ ਕਿ ਜੋ ਰਾਖਵੀਆਂ ਨਹੀਂ ਹਨ, ਓਪਨ ਕੈਟੇਗਰੀ ਦੇ ਲਈ ਅਸਾਮੀਆਂ ਰੱਖੀਆਂ ਗਈਆਂ ਹਨ। ਮੇਲ ਦੇ ਲਈ, ਪੁਰਸ਼ਾਂ ਦੇ ਲਈ 178 ਅਸਾਮੀਆਂ ਹਨ। ਔਰਤ ਕੈਂਡੀਡੇਟਸ ਦੇ ਲਈ 101 ਅਸਾਮੀਆਂ ਹਨ ਔਰ ਐਕਸ ਸਰਵਿਸਮੈਨ ਦੇ ਲਈ 45 ਅਸਾਮੀਆਂ ਰੱਖੀਆਂ ਗਈਆਂ ਹਨ। ਤਾਂ ਟੋਟਲ ਜੋ ਅਨਰਿਜ਼ਰਵਡ ਅਸਾਮੀਆਂ ਹਨ ਉਹ ਹਨ ਜੀ 324। ਫਿਰ ਅਸੀਂ ਗੱਲ ਕਰਦੇ ਹਾਂ ਜੀ OBC ਕੈਟੇਗਰੀ ਦੀ, ਪਛੜੀ ਸ਼੍ਰੇਣੀ ਕੈਟੇਗਰੀ ਦੀ। ਤਾਂ ਉਸ ਦੇ ਲਈ ਜੋ ਪੁਰਸ਼ ਕੈਂਡੀਡੇਟਸ ਹਨ ਉਹਨਾਂ ਦੇ ਲਈ 104 ਅਸਾਮੀਆਂ ਹਨ। ਔਰਤ ਕੈਂਡੀਡੇਟਸ ਦੇ ਲਈ 60 ਅਸਾਮੀਆਂ ਹਨ ਔਰ ਐਕਸ ਸਰਵਿਸਮੈਨ ਕੈਂਡੀਡੇਟਸ ਦੇ ਲਈ 21 ਅਸਾਮੀਆਂ ਹਨ। ਤਾਂ ਟੋਟਲ ਜੋ 185 ਅਸਾਮੀਆਂ ਹਨ ਉਹ OBC ਕੈਟੇਗਰੀ ਦੇ ਲਈ ਹਨ। SC ਕੈਟੇਗਰੀ ਦੀ ਗੱਲ ਕਰਦੇ ਹਾਂ ਜੀ 72 ਅਸਾਮੀਆਂ ਹਨ ਮੇਲ ਕੈਂਡੀਡੇਟਸ ਦੇ ਲਈ, ਪੁਰਸ਼ ਕੈਂਡੀਡੇਟਸ ਦੇ ਲਈ 40 ਅਸਾਮੀਆਂ ਹਨ ਫੀਮੇਲ ਕੈਂਡੀਡੇਟਸ ਦੇ ਲਈ ਔਰ ਐਕਸ ਸਰਵਿਸਮੈਨ ਦੇ ਲਈ 18 ਅਸਾਮੀਆਂ ਰੱਖੀਆਂ ਗਈਆਂ ਹਨ। ਤਾਂ ਕੁੱਲ ਜੋ ਅਸਾਮੀਆਂ ਹਨ 130 ਅਸਾਮੀਆਂ ਹਨ ਜੋ ਕਿ SC ਕੈਟੇਗਰੀ ਦੇ ਲਈ ਰੱਖੀਆਂ ਗਈਆਂ ਹਨ। EWS ਇਕਨੋਮਿਕਲੀ ਵੀਕਰ ਸੈਕਸ਼ਨ ਦੀ ਗੱਲ ਕਰਦੇ ਹਾਂ, ਉਹਨਾਂ ਕੈਂਡੀਡੇਟਸ ਦੀ ਗੱਲ ਕਰਦੇ ਹਾਂ ਜੋ ਕਿ ਆਰਥਿਕ ਪੱਖੋਂ ਕਮਜ਼ੋਰ ਵਰਗ ਨਾਲ ਸੰਬੰਧ ਰੱਖਦੇ ਹਨ। ਤਾਂ ਮੇਲ ਕੈਂਡੀਡੇਟਸ ਦੇ ਲਈ 39 ਅਸਾਮੀਆਂ ਹਨ, ਫੀਮੇਲ ਔਰਤ ਕੈਂਡੀਡੇਟਸ ਦੇ ਲਈ 22 ਅਸਾਮੀਆਂ ਹਨ ਔਰ ਐਕਸ ਸਰਵਿਸਮੈਨ ਦੇ ਲਈ ਇਸ ਕੈਟੇਗਰੀ ਦੇ ਵਿੱਚ ਕੋਈ ਅਸਾਮੀ ਰਾਖਵੀਂ ਨਹੀਂ ਹੈ। ਤਾਂ ਕੁੱਲ ਜੋ ਅਸਾਮੀਆਂ ਹਨ ਉਹ ਹਨ ਜੀ 61। ਤਾਂ ਇਸ ਤਰ੍ਹਾਂ ਅਗਰ ਤੁਸੀਂ ਦੇਖਦੇ ਹੋ ਤਾਂ ਕੁੱਲ ਮਿਲਾ ਕੇ ਪੁਰਸ਼ ਕੈਂਡੀਡੇਟ ਦੇ ਲਈ 393 ਅਸਾਮੀਆਂ ਹਨ, ਔਰਤ ਕੈਂਡੀਡੇਟ ਦੇ ਲਈ 223 ਅਸਾਮੀਆਂ ਹਨ ਔਰ ਐਕਸ ਸਰਵਿਸਮੈਨ ਦੇ ਲਈ 84 ਅਸਾਮੀਆਂ ਰਾਖਵੀਆਂ ਹਨ। ਔਰ ਇਸ ਤਰ੍ਹਾਂ ਕੁੱਲ 700 ਅਸਾਮੀਆਂ ਦੇ ਲਈ ਜੋ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਐਲੀਜੀਬਿਲਟੀ ਸਟੈਂਡਰਡ ਦੀ ਗੱਲ ਕਰਦੇ ਹਾਂ ਜੀ ਕਿ ਕਿਹੜੀ ਐਲੀਜੀਬਿਲਟੀ ਹੈ, ਕਿੰਨੀ ਵਿੱਦਿਅਕ ਯੋਗਤਾ ਚਾਹੀਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਅਸੀਂ ਗੱਲ ਕਰਾਂਗੇ ਏਜ ਦੀ। ਏਜ ਜੋ 20 ਮਈ 2023 ਤੱਕ ਕਾਊਂਟ ਕੀਤੀ ਜਾਣੀ ਹੈ। ਜਨਰਲ ਕੈਟੇਗਰੀ ਦੇ ਲਈ 18 ਸਾਲ ਤੋਂ 25 ਸਾਲ ਦੀ ਜਿਹੜੀ ਉਮਰ ਹੈ ਇਸ ਲਈ ਲਾਜ਼ਮੀ ਤੌਰ ਤੇ ਰੱਖੀ ਗਈ ਹੈ। OBC ਕੈਟੇਗਰੀ ਦੇ ਲਈ 18 ਤੋਂ 28 ਸਾਲ ਦੀ ਉਮਰ ਹੋਣੀ ਚਾਹੀਦੀ ਹੈ। ਔਰ ਅਗਰ ਅਸੀਂ ਗੱਲ ਕਰਦੇ ਹਾਂ SC ਕੈਟੇਗਰੀ ਤਾਂ ਉਸ ਦੇ ਲਈ 18 ਤੋਂ 30 ਸਾਲ ਦੀ ਜਿਹੜੀ ਉਮਰ ਉਹ ਰੱਖੀ ਗਈ ਹੈ। ਏਜ ਰਿਲੈਕਸੇਸ਼ਨ ਦੀ ਗੱਲ ਕਰਦੇ ਹਾਂ ਜੀ ਤਾਂ 45 ਸਾਲ ਤੱਕ ਦੀ ਉਮਰ ਦੇ ਵਿੱਚ ਛੋਟ ਦਿੱਤੀ ਗਈ ਹੈ ਉਹਨਾਂ ਕੈਂਡੀਡੇਟਸ ਦੇ ਲਈ ਜੋ ਕਿ ਐਕਸ ਸਰਵਿਸਮੈਨ ਹਨ। ਤਾਂ ਇਸ ਦੇ ਲਈ ਵੀ ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੋ ਉਮਰ ਕਾਊਂਟ ਕੀਤੀ ਜਾਣੀ ਹੈ ਉਹ 20 ਮਈ 2023 ਤੱਕ ਹੀ ਕਾਊਂਟ ਕੀਤੀ ਜਾਣੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਉਹਨਾਂ ਕੈਂਡੀਡੇਟਸ ਦੀ ਜਿਹੜੇ ਕਿ ਚੰਡੀਗੜ੍ਹ ਹੋਮ ਗਾਰਡ ਵਲੰਟੀਅਰਸ ਦੇ ਤੌਰ ਤੇ ਕੰਮ ਕਰ ਰਹੇ ਹਨ। ਤਾਂ ਉਹਨਾਂ ਦੇ ਲਈ ਵੀ ਉਮਰ ਹੱਦ ਦੇ ਵਿੱਚ ਛੋਟ ਦਿੱਤੀ ਗਈ ਹੈ। ਤੁਸੀਂ ਦੇਖੋ 2 ਸਾਲ ਦੀ ਉਮਰ ਦੇ ਵਿੱਚ ਛੋੜ ਦਿੱਤੀ ਗਈ ਹੈ ਉਹਨਾਂ ਕੈਂਡੀਡੇਟਸ ਦੇ ਲਈ ਜਿਨ੍ਹਾਂ ਦੀ ਜੋ ਸਰਵਿਸ ਆ ਉਹ 2 ਸਾਲ ਤੱਕ ਦੀ ਹੋ ਗਈ ਹੈ। ਜਿਨ੍ਹਾਂ ਦੀ ਸਰਵਿਸ 3 ਸਾਲ ਤੱਕ ਦੀ ਹੋ ਚੁੱਕੀ ਹੈ ਉਹਨਾਂ ਨੂੰ 3 ਸਾਲ ਤੱਕ ਦੀ ਉਮਰ ਦੇ ਵਿੱਚ ਛੋੜ ਦਿੱਤੀ ਗਈ ਹੈ। ਤਾਂ ਇਸ ਤਰ੍ਹਾਂ ਅਲੱਗ-ਅਲੱਗ ਜਿਸ ਤਰ੍ਹਾਂ ਤੁਹਾਡਾ ਸਰਵਿਸ ਵੱਧਦੀ ਜਾਏਗੀ ਉਸ ਤਰ੍ਹਾਂ ਤੁਹਾਨੂੰ ਉਮਰ ਹੱਦ ਦੇ ਵਿੱਚ ਛੋੜ ਦਿੱਤੀ ਗਈ ਹੈ। ਤਾਂ ਇਸ ਨੋਟਿਸ ਨੂੰ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਲੈਣਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਜੀ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਕਿ ਇਹਨਾਂ ਪੋਸਟਾਂ ਦੇ ਲਈ ਜੋ ਵਿੱਦਿਅਕ ਯੋਗਤਾ ਹੈ ਉਹ ਕੀ ਰੱਖੀ ਗਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਵਿੱਦਿਅਕ ਯੋਗਤਾ ਹੈ ਇਹਨਾਂ ਅਸਾਮੀਆਂ ਦੇ ਲਈ ਉਹ ਹੈ ਜੀ +2 ਔਰ ਇਕੁਇਵਲੈਂਟ 12ਵੀਂ ਜਾਂ ਇਸ ਦੇ ਬਰਾਬਰ ਦੇ ਪੱਧਰ ਦੀ ਜਿਹੜੀ ਹੈ ਤੁਸੀਂ ਕੁਆਲੀਫਿਕੇਸ਼ਨ ਉਹ ਲਾਜ਼ਮੀ ਤੌਰ 'ਤੇ ਤੁਹਾਡੇ ਕੋਲ ਹੋਣੀ ਚਾਹੀਦੀ ਹੈ।
ਔਰ ਇਸ ਦੇ ਨਾਲ ਹੀ ਅਗਰ ਅਸੀਂ ਡਰਾਈਵਿੰਗ ਸਕਿੱਲਸ ਦੀ ਗੱਲ ਕਰਦੇ ਹਾਂ ਤਾਂ ਡਰਾਈਵਿੰਗ ਸਕਿੱਲਸ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਤੁਹਾਡੇ ਕੋਲ 2 ਵੀਲਰ ਔਰ ਜੋ 4 ਵੀਲਰ ਜੋ ਚਲਾਉਣ ਦਾ ਜੋ ਲਾਇਸੈਂਸ ਆ ਉਹ ਲਾਜ਼ਮੀ ਤੌਰ ਤੇ ਹੋਣਾ ਚਾਹੀਦਾ ਹੈ ਔਰ ਤੁਹਾਨੂੰ ਇਹਨਾਂ ਦੇ ਵਿੱਚ 2 ਵੀਲਰ ਔਰ 4 ਵੀਲਰ ਚਲਾਉਣ ਦੇ ਵਿੱਚ ਮੁਹਾਰਤ ਵੀ ਲਾਜ਼ਮੀ ਤੌਰ ਤੇ ਹੋਣੀ ਜ਼ਰੂਰੀ ਹੈ। ਕੰਪਿਊਟਰ ਸਕਿੱਲਸ ਦੀ ਗੱਲ ਕਰਦੇ ਹਾਂ ਜੀ ਤਾਂ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਕੈਂਡੀਡੇਟਸ ਸ਼ੁੱਡ ਹੈਵ ਦਾ ਬੇਸਿਕ ਨੌਲੇਜ ਆਫ ਕੰਪਿਊਟਰ ਸਕਿੱਲਸ ਫਰੋਮ ਐਨੀ ਰਿਕੋਗਨਾਈਜ਼ਡ ਇੰਸਟੀਚਿਊਟ। ਤਾਂ ਤੁਸੀਂ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਕੋਈ ਨਾ ਕੋਈ ਕੋਰਸ ਕੀਤਾ ਹੋਵੇ ਔਰ ਜੋ ਤੁਹਾਨੂੰ ਬੇਸਿਕ ਨੌਲੇਜ ਹੈ ਕੰਪਿਊਟਰ ਦੀ ਉਹ ਲਾਜ਼ਮੀ ਤੌਰ ਤੇ ਹੋਣੀ ਜ਼ਰੂਰੀ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਐਪਲੀਕੇਸ਼ਨ ਫੀਸ ਦੀ ਕਿ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰਨ ਦੇ ਲਈ ਤੁਹਾਨੂੰ ਕਿੰਨੀ ਫੀਸ ਦੀ ਅਦਾਇਗੀ ਕਰਨੀ ਪਏਗੀ। ਤਾਂ ਜੋ ਅਨਰਿਜ਼ਰਵਡ ਜੋ ਕੈਟੇਗਰੀ ਹੈ ਔਰ OBC ਕੈਟੇਗਰੀ ਹੈ ਉਹਨਾਂ ਦੇ ਲਈ 1000 ਰੁਪਇਆ ਫੀਸ ਰੱਖੀ ਗਈ ਹੈ। SC ਔਰ EWS ਇਕਨੋਮਿਕਲ ਵੀਕਰ ਸੈਕਸ਼ਨ ਦੇ ਲਈ ਔਰ SC ਦੇ ਲਈ ਜੋ ਫੀਸ ਹੈ ਉਹ 800 ਰੁਪਇਆ ਰੱਖੀ ਗਈ ਹੈ ਔਰ ਐਕਸ ਸਰਵਿਸਮੈਨ ਨੂੰ ਇਹਨਾਂ ਪ੍ਰੀਖਿਆ ਦੇ ਲਈ ਇਸ ਪ੍ਰੀਖਿਆ ਦੇ ਲਈ ਜੋ ਉਹਨਾਂ ਨੇ ਦੇਣੀ ਹੈ ਫੀਸ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਕ੍ਰਾਈਟੇਰੀਆ ਫॉर ਸਕੀਮ ਆਫ ਐਗਜ਼ਾਮੀਨੇਸ਼ਨ ਐਂਡ ਸਿਲੇਬਸ ਦੀ ਕਿ ਕਿਸ ਤਰ੍ਹਾਂ ਤੁਹਾਡੀ ਜੋ ਸਿਲੈਕਸ਼ਨ ਹੋਏਗੀ। ਤਾਂ ਇਸ ਦੇ ਲਈ ਤੁਹਾਡਾ ਇੱਕ ਰਿਟਨ ਟੈਸਟ ਹੋਏਗਾ 100 ਅੰਕਾਂ ਦਾ ਹੋਏਗਾ 100 ਦੇ ਵਿੱਚ ਪ੍ਰਸ਼ਨ ਪੁੱਛੇ ਜਾਣਗੇ ਔਰ ਅਗਰ ਤੁਸੀਂ ਪ੍ਰਸ਼ਨ ਦਾ ਜਵਾਬ ਗਲਤ ਦਿੰਦੇ ਹੋ ਤਾਂ ਨੈਗੇਟਿਵ ਮਾਰਕਿੰਗ ਵੀ ਹੋਏਗੀ 0.25 ਭਾਵ ਕਿ 1 ਨੰਬਰ ਦਾ ਜੋ ਚੌਥਾ ਹਿੱਸਾ ਹੈ ਉਹ ਨੈਗੇਟਿਵ ਮਾਰਕਿੰਗ ਦੇ ਤੌਰ ਤੇ ਕੱਟ ਲਿਆ ਜਾਏਗਾ। ਤਾਂ ਇਸ ਦੇ ਲਈ ਅੱਗੇ ਸਾਨੂੰ ਦੱਸਿਆ ਗਿਆ ਕੱਟ ਆਫ ਮਾਰਕਸ ਫॉर ਰਿਟਨ ਟੈਸਟ ਕਿ ਤੁਹਾਨੂੰ ਕਿੰਨੇ ਜੋ ਮਾਰਕਸ ਹਨ ਇਸ ਲਿਖਤੀ ਪ੍ਰੀਖਿਆ ਦੇ ਵਿੱਚ ਲੈਣੇ ਜ਼ਰੂਰੀ ਹਨ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਨਰਲ ਕੈਂਡੀਡੇਟਸ ਦੇ ਲਈ 40% ਜੋ ਅੰਕ ਹੈ ਉਹ ਲੈਣੇ ਜ਼ਰੂਰੀ ਹਨ। SC ਕੈਂਡੀਡੇਟ ਦੇ ਲਈ 35%, OBC ਕੈਂਡੀਡੇਟ ਦੇ ਲਈ 35% ਔਰ ਐਕਸ ਸਰਵਿਸਮੈਨ ਕੈਂਡੀਡੇਟ ਦੇ ਲਈ ਵੀ 30% ਜੋ ਮਾਰਕਸ ਹਨ ਉਹ ਲਾਜ਼ਮੀ ਤੌਰ ਤੇ ਲੈਣੇ ਜ਼ਰੂਰੀ ਹਨ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਉਹਨਾਂ ਕੈਂਡੀਡੇਟਸ ਦੀ ਜਿਨ੍ਹਾਂ ਕੋਲ NCC ਦਾ ਸਰਟੀਫਿਕੇਟ ਹੈ ਤਾਂ ਉਹਨਾਂ ਦੇ ਲਈ ਵੀ ਜੋ ਵਿਸ਼ੇਸ਼ ਮਾਰਕਸ ਦਿੱਤੇ ਗਏ ਹਨ। ਜਿਵੇਂ ਕਿ ਜਿਨ੍ਹਾਂ ਕੈਂਡੀਡੇਟਸ ਕੋਲ NCC ਦਾ C ਸਰਟੀਫਿਕੇਟ ਹੋਏਗਾ ਉਹਨਾਂ ਨੂੰ 5% ਜਿਹੜੇ ਮਾਰਕਸ ਹੈ ਦਿੱਤੇ ਜਾਣਗੇ, ਬੋਨਸ ਮਾਰਕਸ ਹੋਣਗੇ ਜੋ ਕਿ ਕੁੱਲ ਮਾਰਕਸ ਦਾ 5% ਹੋਣਗੇ। ਜਿਨ੍ਹਾਂ ਕੋਲ B ਸਰਟੀਫਿਕੇਟ ਹੈ ਉਹਨਾਂ ਕੋਲ ਕੁੱਲ ਮਾਰਕਸ ਦਾ 3% ਹੈ ਜੋ ਬੋਨਸ ਮਾਰਕਸ ਦਿੱਤੇ ਜਾਣਗੇ ਔਰ ਇਸੇ ਤਰ੍ਹਾਂ ਉਹ ਕੈਂਡੀਡੇਟ ਜਿਨ੍ਹਾਂ ਕੋਲ A ਸਰਟੀਫਿਕੇਟ ਹੈ ਉਹਨਾਂ ਨੂੰ ਬੋਨਸ ਮਾਰਕਸ ਦੇ ਤੌਰ ਤੇ 2% ਜੋ ਮਾਰਕਸ ਨੇ ਕੁੱਲ ਮਾਰਕਸ ਦਾ ਉਹ ਦਿੱਤੇ ਜਾਣਗੇ। ਫਿਜ਼ੀਕਲ ਐਫੀਸ਼ੀਐਂਸੀ ਐਂਡ ਮੈਜ਼ਰਮੈਂਟ ਟੈਸਟ ਦੀ ਅਗਰ ਅਸੀਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਅਲੱਗ-ਅਲੱਗ ਸਾਨੂੰ ਕੈਟੇਗਰੀਜ਼ ਦਿੱਤੀਆਂ ਗਈਆਂ ਹਨ ਕਿ ਕਿਸ ਤਰ੍ਹਾਂ ਜੋ ਵਿਦਿਆਰਥੀ ਹਨ ਜੋ ਕੈਂਡੀਡੇਟਸ ਹੋਣਗੇ ਜਿਨ੍ਹਾਂ ਦੀ ਫਿਜ਼ੀਕਲ ਜੋ ਐਫੀਸ਼ੀਐਂਸੀ ਚੈੱਕ ਕੀਤੀ ਜਾਣੀ ਹੈ ਤਾਂ ਇਹਨਾਂ ਵਿੱਚ ਅਸੀਂ ਇੱਕ ਦੇਖ ਸਕਦੇ ਹਾਂ ਜਿਸ ਤਰ੍ਹਾਂ ਕਿ ਅਸੀਂ ਰੇਸ ਦੀ ਗੱਲ ਕਰਦੇ ਹਾਂ ਤਾਂ ਰੇਸ ਦੇ ਵਿੱਚ ਮੇਲ ਕੈਂਡੀਡੇਟਸ ਦੇ ਲਈ ਇਹਨਾਂ ਨੇ ਦੱਸਿਆ ਗਿਆ ਹੈ ਕਿ 1600 ਮੀਟਰ ਉਹਨਾਂ ਨੇ ਭੱਜਣਾ ਹੈ। ਅੱਗੇ ਫਿਰ ਅਸੀਂ ਸਬ ਕੈਟੇਗਰੀਜ਼ ਬਣਾਈਆਂ ਗਈਆਂ ਹਨ ਕਿ ਅਗਰ ਤੁਹਾਡੀ ਏਜ 18 ਤੋਂ 30 ਸਾਲ ਦੀ ਹੈ ਤਾਂ ਤੁਸੀਂ 6.5 ਮਿੰਟ ਦੇ ਵਿੱਚ ਇਹ ਰੇਸ ਪੂਰੀ ਕਰਨੀ ਹੋਏਗੀ। ਅਗਰ ਤੁਹਾਡੀ ਉਮਰ 30 ਤੋਂ 35 ਸਾਲ ਦੀ ਹੈ ਤਾਂ 7 ਮਿੰਟ ਦੇ ਵਿੱਚ ਤੁਸੀਂ ਇਹ ਰੇਸ ਪੂਰੀ ਕਰਨੀ ਹੋਏਗੀ। ਅਗਰ ਤੁਹਾਡੀ ਉਮਰ 35 ਸਾਲ ਤੋਂ ਲੈ ਕੇ 40 ਸਾਲ ਤੱਕ ਹੈ ਤਾਂ ਤੁਸੀਂ 7.5 ਮਿੰਟ 'ਚ ਇਹ ਰੇਸ ਪੂਰੀ ਕਰਨੀ ਹੋਏਗੀ ਔਰ ਅਗਰ ਤੁਹਾਡੀ ਉਮਰ 40 ਤੋਂ 45 ਸਾਲ ਹੈ ਤਾਂ ਤੁਸੀਂ 10 ਮਿੰਟਾਂ ਦੇ ਵਿੱਚ ਇਹ ਰੇਸ ਪੂਰੀ ਕਰਨੀ ਹੋਏਗੀ। ਇਸੇ ਤਰ੍ਹਾਂ ਅੱਗੇ ਸਾਨੂੰ ਫੀਮੇਲ ਕੈਂਡੀਡੇਟਸ ਦੇ ਲਈ ਰੇਸ ਦੇ ਲਈ ਜੋ ਅਲੱਗ-ਅਲੱਗ ਸਮਾਂ ਦਿੱਤਾ ਗਿਆ ਹੈ ਤਾਂ ਤੁਸੀਂ ਡਿਟੇਲ ਦੇ ਵਿੱਚ ਇਸ ਨੋਟਿਸ ਨੂੰ ਜ਼ਰੂਰ ਦੇਖ ਲੈਣਾ ਹੈ। ਅੱਗੇ ਅਸੀਂ ਗੱਲ ਕਰਾਂਗੇ ਕੁਝ ਜਨਰਲ ਇੰਸਟਰਕਸ਼ਨਸ ਦੀ ਜੀ ਜੋ ਇੱਥੇ ਦਿੱਤੀਆਂ ਗਈਆਂ ਹਨ ਤਾਂ ਤੁਸੀਂ ਦੇਖ ਸਕਦੇ ਹੋ ਜਨਰਲ ਇੰਸਟਰਕਸ਼ਨ ਦੇ ਵਿੱਚ ਸਾਨੂੰ ਕੀ ਕੁਝ ਕਿਹਾ ਗਿਆ ਹੈ। ਅਪਲਾਈ ਆਨਲਾਈਨ ਵੈਲ ਇਨ ਐਡਵਾਂਸ ਵਿਦਆਊਟ ਵੇਟਿੰਗ ਫॉर द ਲਾਸਟ ਡੇਟ ਆਫ ਸਬਮਿਸ਼ਨ ਆਫ ਐਪਲੀਕੇਸ਼ਨ। ਕੈਂਡੀਡੇਟਸ ਨੂੰ ਸਲਾਹ ਦਿੱਤੀ ਗਈ ਹੈ ਕਿ ਉਹਨਾਂ ਨੇ ਆਖਰੀ ਤਰੀਕ ਦੀ ਉਡੀਕ ਕੀਤੇ ਬਿਨਾਂ ਜਲਦ ਤੋਂ ਜਲਦ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰਨਾ ਹੈ ਕਿਉਂਕਿ ਬਾਅਦ ਦੇ ਵਿੱਚ ਸਾਈਟ ਦੇ ਬਿਜ਼ੀ ਹੋਣ ਦੇ ਜਿਹੜੇ ਚਾਂਸਿਸ ਹਨ ਉਹ ਵੱਧ ਜਾਂਦੇ ਹਨ। ਦੂਸਰਾ ਇਹ ਕਿਹਾ ਗਿਆ ਹੈ ਕਿ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਜੋ ਅਪਲਾਈ ਕਰਨ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਨੋਟਿਸ ਦੇ ਵਿੱਚ ਉਸ ਨੂੰ ਧਿਆਨਪੂਰਵਕ ਪੜ੍ਹ ਲੈਣਾ ਹੈ। ਅੱਗੇ ਸਾਨੂੰ ਕਿਹਾ ਗਿਆ ਹੈ ਕਿ ਕੈਂਡੀਡੇਟਸ ਨੇ ਸਿਰਫ ਤੇ ਸਿਰਫ ਆਨਲਾਈਨ ਮਾਧਿਅਮ ਦੇ ਰਾਹੀਂ ਹੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ, ਕਿਸੇ ਵੀ ਹੋਰ ਵਿਧੀ ਰਾਹੀਂ ਅਪਲਾਈ ਨਹੀਂ ਕਰਨਾ ਹੈ। ਔਰ ਅੱਗੇ ਸਾਨੂੰ ਇਹ ਦੱਸਿਆ ਗਿਆ ਹੈ ਕਿ ਕੈਂਡੀਡੇਟਸ ਦੀ ਜੋ ਐਪਲੀਕੇਸ਼ਨ ਫਾਰਮ ਨੂੰ ਤਾਂ ਹੀ ਐਕਸੈਪਟ ਕੀਤਾ ਜਾਏਗਾ ਅਗਰ ਉਹਨਾਂ ਨੇ ਜੋ ਪੇਮੈਂਟ ਹੈ ਭਾਵ ਕਿ ਜਿਹੜੀ ਫੀਸ ਹੈ ਉਹ ਵੀ ਆਨਲਾਈਨ ਮੈਥਡ ਦੇ ਰਾਹੀਂ ਹੀ ਭਰੀ ਹੈ। ਤਾਂ ਨੈਕਸਟ ਇਹ ਦੱਸਿਆ ਗਿਆ ਹੈ ਕਿ ਕੈਂਡੀਡੇਟਸ ਅਗਰ ਕਿਸੇ ਵੀ ਸਮੇਂ 'ਤੇ ਇਹ ਪਾਇਆ ਜਾਂਦਾ ਹੈ ਕਿ ਕੈਂਡੀਡੇਟਸ ਜੋ ਮੁੱਢਲੀ ਯੋਗਤਾ ਪੂਰੀ ਨਹੀਂ ਕਰਦੇ ਹਨ ਜਾਂ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਅਨਫੇਅਰ ਮੀਨਸ ਯੂਜ਼ ਕੀਤਾ ਹੈ ਤਾਂ ਕਿਸੇ ਵੀ ਸਮੇਂ ਉਹਨਾਂ ਦੀ ਜੋ ਪਾਤਰਤਾ ਉਹ ਰੱਦ ਕੀਤੀ ਜਾ ਸਕਦੀ ਹੈ। ਔਰ ਅਖੀਰ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਜੋ
ਕੰਪਲੀਟ ਜੋ ਸਿਲੈਕਸ਼ਨ ਹੋਣੀ ਹੈ, ਜੋ ਅੰਤਿਮ ਜੋ ਸਿਲੈਕਸ਼ਨ ਹੋਣੀ ਹੈ ਕੈਂਡੀਡੇਟਸ ਦੀ, ਉਹ ਉਦੋਂ ਹੀ ਹੋਏਗੀ ਜਦੋਂ ਕੈਂਡੀਡੇਟ ਦੇ ਸਾਰੇ ਡਾਕੂਮੈਂਟਸ ਜਿਹੜੇ ਉਹ ਚੈੱਕ ਹੋ ਜਾਣਗੇ। ਔਰ ਅਗਰ ਕਿਸੇ ਵੀ ਸਟੇਜ ਦੇ ਉੱਤੇ ਇਹ ਪਾਇਆ ਜਾਂਦਾ ਹੈ ਕਿ ਕੈਂਡੀਡੇਟਸ ਵੱਲੋਂ ਕੋਈ ਵੀ ਜੋ ਡਾਕੂਮੈਂਟ ਆ ਉਹ ਗਲਤ ਪੇਸ਼ ਕੀਤਾ ਗਿਆ ਹੈ, ਤਾਂ ਕਿਸੇ ਵੀ ਸਮੇਂ ਜੋ ਉਸ ਦੀ ਪਾਤਰਤਾ ਉਹ ਰੱਦ ਕੀਤੀ ਜਾ ਸਕਦੀ ਹੈ। ਔਰ ਇਸ ਵਿੱਚ ਸਪਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਕੋਈ ਵੀ ਜਿਹੜੀ ਐਪਲੀਕੇਸ਼ਨ ਹੈ ਉਹ ਆਫਲਾਈਨ ਮਾਧਿਅਮ ਦੇ ਰਾਹੀਂ ਸਵੀਕਾਰ ਨਹੀਂ ਕੀਤੀ ਜਾਏਗੀ। ਸਿਰਫ ਤੇ ਸਿਰਫ ਜੋ ਐਪਲੀਕੇਸ਼ਨਸ ਆਨਲਾਈਨ ਮਾਧਿਅਮ ਦੇ ਰਾਹੀਂ ਪ੍ਰਾਪਤ ਹੋਣਗੀਆਂ, ਸਿਰਫ ਤੇ ਸਿਰਫ ਉਹਨਾਂ ਉੱਤੇ ਹੀ ਵਿਚਾਰ ਕੀਤਾ ਜਾਏਗਾ, ਉਹ ਹੀ ਐਕਸੈਪਟ ਕੀਤੀਆਂ ਜਾਣਗੀਆਂ। ਔਰ ਲਾਸਟ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਯੂਜ਼ ਆਫ ਮੋਬਾਈਲ ਫੋਨ ਐਂਡ ਅਦਰ ਇਲੈਕਟ੍ਰੋਨਿਕ ਡਿਵਾਈਸਿਸ ਇਨ ਐਗਜ਼ਾਮੀਨੇਸ਼ਨਸ ਆਰ ਸਟ੍ਰਿਕਟਲੀ ਪ੍ਰੋਹਿਬਿਟਡ, ਕਿ ਕਿਸੇ ਵੀ ਕਿਸਮ ਦੇ ਮੋਬਾਈਲ ਦੀ ਔਰ ਇਲੈਕਟ੍ਰੋਨਿਕ ਡਿਵਾਈਸ ਦੀ ਜੋ ਵਰਤੋਂ ਹੈ ਉਹ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਸਖਤ ਮਨਾਹੀ ਕੀਤੀ ਗਈ ਹੈ। ਤਾਂ ਦੋਸਤੋ ਸਾਰਿਆਂ ਨੂੰ ਹੀ ਬੈਸਟ ਆਫ ਲੱਕ। ਤੁਹਾਨੂੰ ਜਲਦ ਤੋਂ ਜਲਦ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ। ਸਭ ਤੋਂ ਪਹਿਲਾਂ ਤੁਸੀਂ ਜੋ ਚੰਡੀਗੜ੍ਹ ਪੁਲਿਸ ਵਿਭਾਗ ਦੀ ਜੋ ਅਫੀਸ਼ੀਅਲ ਸਾਈਟ ਹੈ chandigarhpolice.gov.in ਇਸ ਉੱਤੇ ਵਿਜ਼ਿਟ ਕਰੋ। ਜੋ ਇਹ ਨੋਟਿਸ ਜਾਰੀ ਕੀਤਾ ਗਿਆ ਰਿਕਰੂਟਮੈਂਟ ਦਾ, ਇਸ ਨੂੰ ਧਿਆਨਪੂਰਵਕ ਪੜ੍ਹ ਲਓ ਔਰ ਫਿਰ ਜਲਦ ਤੋਂ ਜਲਦ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ। ਤਾਂ ਸਮਾਂ ਸਾਡੇ ਕੋਲ ਹੈ, ਤੁਸੀਂ ਵਧੀਆ ਢੰਗ ਨਾਲ ਤਿਆਰੀ ਕਰ ਸਕਦੇ ਹੋ ਔਰ ਐਗਜ਼ਾਮ ਵੀ ਕਲੀਅਰ ਕਰ ਸਕਦੇ ਹੋ। ਤਾਂ ਸਾਰਿਆਂ ਨੂੰ ਬੈਸਟ ਆਫ ਲੱਕ। ਔਰ ਇਸ ਤਰ੍ਹਾਂ ਦੀਆਂ ਅਸਾਮੀਆਂ ਸੰਬੰਧੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ।